ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ, ਲੈ ਕੇ ਹਾਜ਼ਰ ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਰੁਖ ਸਿੱਧਾ ਅੰਨਦਾਤੇ ਦੇ ਉਸ ਸੰਘਰਸ਼ ਦੇ ਵੱਲ ਕਰਾਂਗੇ ਜੋ ਸੰਘਰਸ਼ ਪਿਛਲੇ 65 ਦਿਨਾਂ ਤੋਂ ਕਰੀਬ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਚੱਲ ਰਿਹਾ ਹੈ। ਗਾਜੀਪੁਰ ਬਾਰਡਰ ਹੋਵੇ, ਸਿੰਘੂ ਬਾਰਡਰ ਹੋਵੇ, ਟਿੱਕਰੀ ਹੋਵੇ, ਕੁੰਡਲੀ ਹੋਵੇ ਜਾਂ ਫਿਰ ਵੱਖੋ ਵੱਖਰੇ ਬਾਰਡਰ ਜਿੱਥੇ ਕਿਸਾਨ ਲਗਾਤਾਰ ਸੰਘਰਸ਼ ਦੇ ਉੱਤੇ ਬੈਠੇ ਨੇ, ਉਹਨਾਂ ਦੇ ਹੌਸਲੇ ਦੁਬਾਰਾ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ। ਤੇ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਬੀਤੀ ਰਾਤ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਅੱਜ ਦੇ ਦਿਨ ਨੂੰ ਲੈ ਕੇ ਐਲਾਨ ਕੀਤੇ ਨੇ ਕਿ ਅੱਜ ਇੱਕ ਦਿਨ ਦਾ ਭੁੱਖ ਹੜਤਾਲ ਦਾ ਪ੍ਰਦਰਸ਼ਨ ਕੀਤਾ ਜਾਣਾ ਹੈ ਕਿਸਾਨਾਂ ਦੇ ਵੱਲੋਂ। ਤੇ ਅਗਲੀ ਗੱਲ ਵੀ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇਸ ਸੰਘਰਸ਼ ਨੂੰ ਤਾਰਪੇਡੋ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਕੀ ਕੁਝ ਕਹਿ ਰਹੇ ਨੇ ਕਿਸਾਨ ਆਗੂ, ਸੁਣਦੇ ਹਾਂ। ਨਹੀਂ ਅਸੀਂ ਆਪਣੇ ਵਰਕਰਸ ਨੂੰ ਪੀਸਫੁਲ ਰਹਿਣ ਲਈ ਕਹਾਂਗੇ। ਉੱਥੇ ਅਸੀਂ ਉਹਦੀ ਬੀਜੇਪੀ ਦੀ ਇਸ ਕਾਰਵਾਈ ਦੀ ਨਿੰਦਾ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਹੁਣ ਕੀਤੀ ਹੈ। ਅਸੀਂ ਇਹੋ ਜਿਹੀ ਕਾਰਵਾਈ ਨੂੰ ਬਿਲਕੁਲ ਇਹਦੀ ਠੋਕ ਵਜਾ ਕੇ ਨਿੰਦਾ ਕਰਦੇ ਹਾਂ। ਦੇਖੋ, ਕਿਸੇ ਦੇ ਇਹ ਸਾਨੂੰ ਨਾ ਉਲਝਾਓ, ਗੱਲ ਸਮਝੋ ਵੀ ਜਦੋਂ ਸਾਡਾ ਉਹਨਾਂ ਨਾਲ ਕੋਈ ਪ੍ਰੋਗਰਾਮ ਸਾਂਝਾ ਨਹੀਂ, ਉਹ ਆਪਣਾ ਪ੍ਰੋਗਰਾਮ ਕਰਦੇ ਨੇ, ਅਸੀਂ ਆਪਣਾ। ਸਾਡੇ ਕੋਲ ਸੰਖਿਆ ਬਹੁਤ ਜ਼ਿਆਦਾ ਹੈ। ਮੇਰੀ ਪਹਿਲਾਂ ਗੱਲ ਪੂਰੀ ਹੋਣ ਦਿਓ। ਸਾਡੇ ਕੋਲ ਸੰਖਿਆ ਬਹੁਤ ਜ਼ਿਆਦਾ ਹੈ, ਸਾਨੂੰ ਇਹਦੀ ਚਿੰਤਾ। ਅਸੀਂ ਆਪਣਾ ਘਰ ਸੰਭਾਲ ਲਈਏ। ਅਸੀਂ ਉਹਦਾ ਉਹ ਕਿਸ ਤਰ੍ਹਾਂ ਉਹ ਆਪਣਾ ਸੈਲਫ ਡਿਫੈਂਸ ਕਰਦੇ ਨੇ ਉਹਨਾਂ ਨੂੰ ਕਰਨ ਦਿਓ, ਤੇ ਅਸੀਂ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਕਹਿੰਦੇ ਵੀ ਇੱਧਰ ਆਓ। ਉਹਨਾਂ ਨਾਲ ਹਮਦਰਦੀ ਹੈ, ਪੂਰੀ ਹਮਦਰਦੀ। ਆਮ ਲੋਕਾਂ ਨਾਲ ਕੋਈ ਫਰਕ ਨਹੀਂ। ਉਹਨਾਂ ਦੀ ਲੀਡਰਸ਼ਿਪ ਦੀ ਵਜ੍ਹਾ ਕਰਕੇ ਅਸੀਂ, ਕਿਉਂਕਿ ਉਹਨਾਂ ਦੀ पॉलिसीज अलग ने, ਅਸੀਂ ਉਹਦੇ ਵਿੱਚ ਬਿਲकुल दखल नहीं देते। अनेक राजनीतिक दल आते रहे हैं, हमारे यहाँ आते हैं, लेकिन हम ना तो किसी को बुलाते हैं ना किसी को उस तरह का मंच देते हैं। कोई सिंपैथी रखता है, कोई अगर वैसे अपने हिसाब से समर्थन देता किसी को आने का, तो प्रतिबंध हमने कर नहीं रखा। ना हम उनका झंडा लगाते हैं, ना उनको मंच शेयर करने देते हैं। वो आ रहे हैं अपने हर राजनीति का और पॉलिटिकल पार्टी का एक अपना पॉलिटिकल एजेंडा होता है, वो भी शायद इस मौके का लाभ उठाना चाहते होंगे, हो सकता है। लेकिन हमारे एजेंडे में वो बात बिल्कुल नहीं है। ना हम किसी को बुलाते हैं, ना किसी को हम अपने मंच शेयर करने की इजाजत देते हैं। उधर किसानी अंदोलन ਨੂੰ ਲੈ ਕੇ ਹੋਈ ਖਾਬ ਪੰਚਾਇਤ ਨੇ ਆਖਰਕਾਰ ਸਰਕਾਰ ਦੀਆਂ ਨੀਂਦਾਂ ਅੜਾ ਦਿੱਤੀਆਂ ਨੇ, ਕਿਉਂਕਿ ਖਾਬ ਪੰਚਾਇਤ ਨੂੰ ਲੈ ਕੇ ਦਿੱਤੇ ਗਏ ਸੱਦੇ ਦੇ ਵਿੱਚ ਵੱਡਾ ਜਨ ਸੈਲਾਬ ਵੇਖਣ ਨੂੰ ਮਿਲਿਆ, ਜਿਸ ਜਨ ਸੈਲਾਬ ਦੇ ਵਿੱਚ 5 ਲੱਖ ਦੇ ਕਰੀਬ ਲੋਕਾਂ ਦੇ ਬਾਰਡਰਾਂ ਦੇ ਵੱਲ ਵਧਣ ਦਾ ਐਲਾਨ ਹੋਇਆ। ਦੱਸ ਦਈਏ ਕਿ ਇਸ ਦੌਰਾਨ ਖਾਬ ਪੰਚਾਇਤਾਂ ਦੇ ਵਿੱਚ ਵੱਡੇ ਮਸਲਿਆਂ ਦੇ ਉੱਤੇ ਗੱਲਬਾਤ ਹੋਈ ਹੈ ਤੇ ਖਾਬ ਪੰਚਾਇਤ ਦਾ ਇਕੱਠ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ। ਇਹ ਇਕੱਠ ਇੰਨਾ ਵੱਡਾ ਹੈ ਕਿ ਇਸ ਇਕੱਠ ਨੂੰ ਵੇਖ ਕੇ ਸਰਕਾਰਾਂ ਦੀ ਚਿੰਤਾ ਦੁੱਗਣੀ ਹੁੰਦੀ ਜਾ ਰਹੀ ਹੈ ਕਿ ਜੇਕਰ ਇਸ ਸੰਘਰਸ਼ ਦੇ ਵਿੱਚ ਹੁਣ ਇੰਨੇ ਲੋਕ ਦੁਬਾਰਾ ਬਣਦੇ ਨੇ ਤਾਂ ਇਹ ਸੰਘਰਸ਼ ਪਹਿਲਾਂ ਨਾਲੋਂ ਵੀ ਵੱਡੇ ਪੱਧਰ ਦੇ ਉੱਤੇ ਉੱਭਰੇਗਾ ਤੇ ਇਸ ਸੰਘਰਸ਼ ਦੇ ਵਿੱਚੋਂ ਫਿਰ ਇੱਕ ਨਵਾਂ ਇਨਕਲਾਬ ਇਹਨਾਂ ਕਿਸਾਨਾਂ ਦੇ ਵੱਲੋਂ ਲਿਆਂਦਾ ਜਾਣਾ ਹੈ। ਇਹ ਤਸਵੀਰਾਂ ਹਰ ਇੱਕ ਨੂੰ ਹੈਰਾਨ ਕਰ ਰਹੀਆਂ ਨੇ ਕਿ ਖਾਬ ਪੰਚਾਇਤਾਂ ਦੇ ਇੱਕ ਸੱਦੇ ਦੇ ਉੱਤੇ ਇੰਨਾ ਵੱਡਾ ਇਕੱਠ ਵੱਡੀ क्रांति ਦੇ ਵੱਲ ਵੱਧ ਸਕਦਾ ਹੈ। गाजीपुर बॉर्डर जाने के लिए राज्य प्रशासन ने वहाँ पर राकेश टिकैत जी के धरने को परेशान करने का प्रयास किया। जो राकेश टिकैत जी ने परेशान होकर उनकी आंखों में पानी आया। आज वो जन सैलाब बन के सड़कों पर दौड़ेगा और जाकर गाजीपुर रुकेगा। क्या रणनीति तैयार की है? हर गांव से ज़्यादा संख्या में ट्रैक्टर, ट्रॉली, कार, गाड़ी, जो भी जिसके पास साधन से हर आदमी निकलेगा। एक बात और भी कहना चाहता हूँ प्रेस वार्ता के माध्यम से। ये चौधरी ब्रजपाल सिंह हैं, हमारे खंबे के चौधरी हैं। ये हमारे मान है, हमारा सम्मान है। इसमें राकेश टिकैत जी के ऊपर जो उन्होंने दिक्कत बना दी, परेशान कर दिया बहुत ज़्यादा, उसमें जन सैलाब पूरे सरब खाप से हज़ारों संख्या में, ज़्यादा से ज़्यादा संख्या में किसान वहाँ पहुँच रहा है और जाने की तैयारी भी है और कुछ लोग कुछ कर भी चुके हैं। हमारी तरफ से यही रणनीति है, ज़्यादा से ज़्यादा किसान वहाँ पहुँचेगा और किसान इस अत्याचार को बर्दाश्त नहीं करेगा। वो दबाव में आके तो जोड़ी ना, वो सोच रहे थे ये अकेला है, काट दो, पानी भी काट दो, वो भी काट दो। वो राकेश टिकैत अकेला नहीं है, सब पूरे पश्चिमी उत्तर प्रदेश का किसान सब उनके साथ है और साथ पहले भी था, आज भी है, आगे भी साथ रहेगा। उधर राहुल गांधी की अगवाई ਦੇ ਵਿੱਚ ਪਾਰਲੀਮੈਂਟ ਦੇ ਬਾਹਰ ਕਾਂਗਰਸ ਦੇ ਆਗੂਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਮਹਾਤਮਾ ਗਾਂਧੀ ਦੇ ਬੁੱਤ ਤੇ ਅੱਗੇ ਖੜ ਕੇ ਰਾਹੁਲ ਗਾਂਧੀ ਦੇ ਸਮਰਥਨ ਦੇ ਵਿੱਚ ਕਾਂਗਰਸੀ ਆਗੂਆਂ ਨੇ ਸਮਰਥਨ ਕੀਤਾ ਹੈ ਤੇ ਨਾਲ ਹੀ ਕਿਸਾਨਾਂ ਦੀ ਹੱਕੀ ਮੰਗਾਂ ਦੇ ਲਈ ਵੀ ਇਹਨਾਂ ਨੇ ਇਸ ਦਰਮਿਆਨ ਨਾਅਰੇਬਾਜ਼ੀ ਕੀਤੀ ਹੈ।
ਉਧਰ ਸਿਮਰਜੀਤ ਬੈਂਸ ਦੇ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਵੱਖਰੇ ਪੱਧਰ ਦੇ ਉੱਤੇ ਰੋਡ ਸ਼ੋਅ ਕਰਨ ਦੀ ਤਿਆਰੀ ਕਰ ਲਈ ਗਈ ਹੈ। ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਉਹ ਸਾਈਕਲ ਰੈਲੀ ਦੇ ਜ਼ਰੀਏ ਹੁਣ ਆਮ ਲੋਕਾਂ ਦੇ ਨਾਲ ਜੁੜਨਗੇ ਅਤੇ ਉਹਨਾਂ ਨੂੰ ਇਸ ਸੰਘਰਸ਼ ਦੇ ਵਿੱਚ ਪਹੁੰਚਣ ਦੀ ਅਪੀਲ ਕਰਨਗੇ। ਨਹੀਂ ਭਾਜੀ 30 ਤਰੀਕ ਨੂੰ ਅਸੀਂ ਚੱਲ ਕੇ ਰਾਤ ਕੱਟਣੀ ਆ ਲੁਧਿਆਣੇ। ਪਹਿਲੀ ਤਰੀਕ ਦੀ ਰਾਤ ਸਵੇਰੇ ਤੁਰ ਕੇ ਫਿਰ ਅਸੀਂ ਫਗਵਾੜਾ ਆ ਜਾਣਾ। ਪਹਿਲੀ ਤਰੀਕ ਦੀ ਰਾਤ ਫਗਵਾੜੇ ਕੱਟੀ, 2 ਤਰੀਕ ਨੂੰ ਅਸੀਂ ਤੁਰ ਪਏ ਮੱਲੀਆਂ ਆ ਗਏ। ਹਾਂਜੀ 2 ਤਰੀਕ ਨੂੰ ਮੱਲੀਆਂ ਰਾਤ ਗੁਜ਼ਾਰਨ ਤੋਂ ਬਾਅਦ 3 ਤਰੀਕ ਨੂੰ ਅਸੀਂ ਮੰਗਲਵਾਰ ਵਾਲੇ ਦਿਨ ਦਰਬਾਰ ਸਾਹਿਬ ਪਹੁੰਚਣਾ। ਮੰਗਲਵਾਰ ਨੂੰ ਫਿਰ ਉੱਥੋਂ ਇੱਕ ਬਹੁਤ ਵੱਡਾ ਕਾਫਲਾ ਜਥੇ ਦੇ ਰੂਪ ਦੇ ਵਿੱਚ ਅੰਦੋਲਨ ਦੇ ਵਿੱਚ ਮੇਰੇ ਸਮੇਤ ਸਿੰਘੂ ਬਾਰਡਰ ਜਾਵਾਂਗੇ। ਜਿਹੜੇ ਅਸੀਂ ਹਰ ਪੜਾਅ ਤੋਂ ਜਿਹੜੀ ਸੰਗਤ ਤੋਰਨੀ ਹੈ, ਜਿਵੇਂ ਫਤਿਹਗੜ੍ਹ ਸਾਹਿਬ ਤੋਂ ਅਸੀਂ ਸਾਈਕਲਾਂ ਤੇ ਇੱਧਰ ਨੂੰ ਤੁਰੇ ਆਉਣਾ, ਸੰਗਤ ਨੂੰ ਦਿੱਲੀ ਤੋਰੇ ਆਉਣਾ। ਫਿਰ ਇਸੇ ਤਰੀਕੇ ਅਸੀਂ ਲੁਧਿਆਣੇ ਤੋਂ ਸਾਈਕਲ ਮਾਰਨਾ, ਹਾਂ ਉੱਥੋਂ ਦਿੱਲੀ ਜਿਹੜੇ ਕਾਰਾਂ ਦੇ ਵਿੱਚ, ਟਰੈਕਟਰ ਟਰਾਲੀਆਂ ਦੇ ਵਿੱਚ, ਮੋਟਰਸਾਈਕਲਾਂ ਵਾਲੀ ਸੰਗਤ ਦਿੱਲੀ ਤੋਰਾਂਗੇ, ਸੈਂਕੜਿਆਂ ਦੀ ਗਿਣਤੀ 'ਚ ਵਹੀਕਲਾਂ ਵਾਲੇ। ਅਸੀਂ ਸਾਈਕਲ ਯਾਤਰਾ ਕਰਦੇ ਹੋਏ ਦਰਬਾਰ ਸਾਹਿਬ ਵਾਲੇ ਪਾਸੇ ਸੈਕੰਡ ਯਾਤਰਾ, ਕਿਉਂਕਿ ਅਸੀਂ ਜੂਨ ਮਹੀਨੇ ਦੇ ਵਿੱਚ ਜਦੋਂ ਯਾਤਰਾ ਸ਼ੁਰੂ ਕੀਤੀ ਸੀ, ਬਹੁਤ ਸਾਰੇ ਸੀਨੀਅਰ ਲੀਡਰ ਦੂਜੀਆਂ ਪਾਰਟੀਆਂ ਨੇ ਮਜ਼ਾਕ ਉਡਾਇਆ ਸੀ ਸਾਡਾ। ਜਿਹੜੀਆਂ ਗੱਡੀਆਂ ਭਾਜੀ ਸਿੰਘੂ ਬਾਰਡਰ ਅਸੀਂ ਤੋਰਾਂਗੇ ਉਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ, ਜਿਹਦੇ 'ਚ ਕਾਰਾਂ, ਟਰੈਕਟਰ ਟਰਾਲੀਆਂ, ਟੈਂਪੋ ਟਰੈਵਲਰ, ਮਿਨੀ ਬੱਸ, ਮੋਟਰਸਾਈਕਲ, ਸਕੂਟਰ ਇਹ ਤੋਰਾਂਗੇ। ਐਂਡ ਲਾਸਟ ਡੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਹੁਤ ਵੱਡਾ ਕਾਫਲਾ ਫਿਰ ਦਿੱਲੀ ਵਾਸਤੇ ਰਵਾਨਾ ਹੋਵੇਗਾ। ਉਧਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਪਾਰਲੀਮੈਂਟ ਸੈਸ਼ਨ ਦੇ ਨਾਲ ਸਿੰਘੂ ਬਾਰਡਰ ਦੇ ਉੱਤੇ ਵਾਪਰੀ ਘਟਨਾ ਦੇ ਉੱਤੇ ਟਿੱਪਣੀ ਕੀਤੀ ਅਤੇ ਭਾਜਪਾ ਨੂੰ ਘੇਰਦੇ ਨਜ਼ਰ ਆਏ ਨੇ। ये जो देश है, भारत देश सबका है, किसी एक पार्टी का नहीं, ये सारों का देश है। देशवासियों को किसी से सर्टिफिकेट लेने की ज़रूरत नहीं है कि ये पार्टी या ये इंसान और ये ऑर्गेनाइजेशन सर्टिफिकेट देगी कि ये हमारे देश के लोग हैं या देश के नए लोग हैं। ये जो देश है हिंदू, सिख, मुस्लिम, ईसाई सबका देश है, सारे धर्मों का देश है। इतना बड़ा हमारी जो देश की ब्यूटी है, जो कॉन्स्टिट्यूशन बना है, देश को आज़ाद हुआ है, इसलिए आज़ाद हुआ और देश में इतनी तरक्की हुई है क्योंकि इस देश में सब धर्मों के लोग यहाँ रहते हैं। दुनिया के जितने भी धर्म हैं, सारे धर्मों के लोग भारत में रहते हैं और इकट्ठे रहते हैं, खुश रहते हैं। पर अगर कोशिश करी जाएगी, ये बर्दाश्त नहीं होगा देश के लोगों को। ये देश पूरे सारे धर्मों का है। मैंने आज राकेश टिकैत जी से बात की, जो संघर्ष कर रहे हैं गाजीपुर बॉर्डर पे। बड़े दुख से कहना पड़ता है, उनका पानी काटा गया, उनकी बिजली काटी गई। ये देश की सरकार का काम है। एक लीडर, किसान वहाँ बैठे हैं, पीसफुल प्रोटेस्ट कर रहे हैं। सुप्रीम कोर्ट ने भी बोला कि वो कर सकते हैं। आप सरकार का जोर लगाकर, सरकार की ताकत से आप उनका पानी काटोगे और उनका बिजली काटोगे। मैंने उनका बोला, जब बात की, मैं क्या उनके पिता चौधरी महेंद्र सिंह टिकैत और मेरे पिता सरदार प्रकाश सिंह बादल पूरी ज़िंदगी उन्होंने किसानी के लिए संघर्ष किया और हर संघर्ष में उन्होंने किसान की आवाज़ उठाई और यही कारण है कि किसान एक झंडे के नीचे इकट्ठे हैं। मैं देश के लोगों को बताना चाहता हूँ कि ये जो संघर्ष है, ये संघर्ष किसी कम्युनिटी का संघर्ष नहीं है, ये किसानी कित्ते का संघर्ष है। ये पंजाब के किसान से लेकर केरला के किसान, महाराष्ट्र के किसान, कर्नाटका के किसान, तमिलनाडु के किसान, वेस्ट बंगाल के किसान, यूपी के किसान, मध्य प्रदेश के किसान, देश के कोने कोने के किसान एकजुट होकर ये लड़ाई लड़ रहे हैं। ਉਧਰ ਅੱਜ ਦੇਸ਼ ਦੀ ਪਾਰਲੀਮੈਂਟ ਦਾ ਬਜਟ ਸੈਸ਼ਨ ਆਰੰਭ ਹੋਇਆ, ਜਿਸ ਬਜਟ ਸੈਸ਼ਨ ਦੇ ਆਰੰਭ ਹੁੰਦਿਆਂ ਹੀ ਦੇਸ਼ ਦੇ ਰਾਸ਼ਟਰਪਤੀ ਦੇ ਵੱਲੋਂ ਸੰਬੋਧਨ ਕੀਤਾ ਗਿਆ ਸਾਰੇ ਦੇਸ਼ ਵਾਸੀਆਂ ਨੂੰ, ਜਿਸ ਦੇ ਵਿੱਚ ਸੰਬੋਧਨ ਦੇ ਦੌਰਾਨ ਹੀ ਵਿਰੋਧੀ ਧਿਰਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ, ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਵਿਰੋਧ ਕੀਤਾ ਗਿਆ ਹੈ। ਇਸ ਮੌਕੇ ਦੇ ਉੱਤੇ ਗੁਰਜੀਤ ਸਿੰਘ ਔਜਲਾ, ਰਵਨੀਤ ਬਿੱਟੂ ਦੇ ਸਮੇਤ ਸਾਰੇ ਕਾਂਗਰਸੀ ਸੰਸਦ ਅਤੇ ਰਾਜ ਸਭਾ ਮੈਂਬਰ ਨਜ਼ਰ ਆਏ। ਅੱਜ ਉੱਥੇ ਰਾਸ਼ਟਰਪਤੀ ਦੇ ਭਾਸ਼ਣ ਦੇ ਵੇਲੇ ਲੋਕ ਸਭਾ ਤੇ ਰਾਜ ਸਭਾ ਸਾਰੀਆਂ ਇਕੱਠੀਆਂ ਹੁੰਦੀਆਂ, ਸਾਰੇ ਦੁਨੀਆ ਦੇ ਐਂਬੈਸਡਰਸ ਉੱਥੇ ਅੱਜ ਭਾਸ਼ਣ ਸੁਣਾਉਂਦੇ ਆ ਰਾਸ਼ਟਰਪਤੀ ਦਾ, ਤੇ ਉੱਥੇ ਰਾਸ਼ਟਰਪਤੀ ਦਾ ਭਾਸ਼ਣ ਤਾਂ ਅੱਜ ਬੰਦ ਹੋ ਜਾਏਗਾ ਤੇ ਜਿਹੜੇ ਇਹਨਾਂ ਦੀਆਂ ਕੁੰਭਕਰਨੀਆਂ ਨੀਂਦ ਸੁੱਤੇ ਪਏ ਆ, ਇਹ ਜਗਾਵਾਂਗੇ ਅੱਜ ਕਿਸਾਨਾਂ ਦੇ ਨਾਰੇ ਮਾਰ ਕੇ। ਤੇ ਜਿੰਨਾ ਚਿਰ ਬਿੱਲ ਵਾਪਸ ਨਹੀਂ ਹੁੰਦੇ,
ਮੰਡੇ ਤੋਂ ਜਦੋਂ ਸੈਸ਼ਨ ਸ਼ੁਰੂ ਹੋ ਜਾਏਗਾ ਉਹਨਾਂ ਚਿਰ ਸੈਸ਼ਨ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਸਾਡੇ ਇਹ ਬਿੱਲ ਵਾਪਸ ਨਹੀਂ ਹੁੰਦੇ, MSP ਲੀਗਲ ਨਹੀਂ ਕਰਦੇ। ਪਰ ਮੇਰੇ ਭਰਾਵੋ, ਬਾਰਡਰਾਂ ਤੇ ਬੈਠੇ ਰਹੋ, ਆਪਾਂ ਦਿੱਲੀ ਨੂੰ ਨਹੀਂ ਜਿੱਤਣਾ। ਦਿੱਲੀ ਤਾਂ ਆਪਣੀ ਆ, ਜੇ ਦਿੱਲੀ ਹਾਰ ਗਈ ਤਾਂ ਆਪਾਂ ਹਾਰ ਗਿਆ, ਦੇਸ਼ ਹਾਰ ਗਿਆ, ਕਿਸਾਨ ਹਾਰ ਗਿਆ। ਆਪਾਂ ਇਸ ਕਰਕੇ ਬਿਲਕੁਲ ਪਿੱਛੇ ਨਹੀਂ ਹਟਣਾ, ਲੱਗੇ ਰਹਿਣਾ। ਪਰ ਦਿੱਲੀ ਨਾਲ ਲੜਾਈ ਲੜਨੀ ਤੇ ਆਪਣੇ ਦੇਸ਼ ਨਾਲ ਲੜਾਈ ਲੜਨੀ ਆ। ਬਾਰਡਰਾਂ ਤੇ ਬੈਠੇ ਰਹੋ, 100% ਤੁਹਾਨੂੰ ਮੈਂ ਭਰੋਸਾ ਦਿਵਾਉਣਾ ਜਿੱਤ ਕੇ ਨਿਕਲਾਂਗੇ ਤੇ ਪਾਰਲੀਮੈਂਟ ਜਿੱਥੋਂ ਇਹਨਾਂ ਨੇ ਸਤੰਬਰ 'ਚ ਬਿੱਲ ਬਣਾਏ ਸੀ ਉਸੇ ਤਰੀਕੇ ਨਾਲ ਬਿੱਲ ਵਾਪਸ ਕਰਾਵਾਂਗੇ। ਅੱਜ ਅਸੀਂ ਰਾਸ਼ਟਰਪਤੀ ਜੀ ਦਾ ਜਿਹੜਾ ਭਾਸ਼ਣ ਸੀ ਹੁੰਦਾ, ਜਿਹੜਾ ਪਾਰਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਉਹ ਸੀ, ਔਰ ਸੈਂਟਰ ਹਾਲ ਦੇ ਵਿੱਚ ਜੁਆਇੰਟ ਸੈਸ਼ਨ ਸੀ ਰਾਜ ਸਭਾ ਤੇ ਲੋਕ ਸਭਾ ਦਾ। ਉਹਦੇ ਵਿੱਚ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਔਰ ਸਾਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ ਔਰ ਬਹਾਨਾ ਬਣਾਇਆ ਗਿਆ ਕਿ ਕਰੋਨਾ ਕਰਕੇ ਸੋਸ਼ਲ ਡਿਸਟੈਂਸਿੰਗ ਦੀ ਲੋੜ ਹੈ। ਜਦ ਕਿ ਜਿਹੜੀਆਂ ਸਾਡੀ ਪਾਰਟੀ ਨੂੰ ਸੀਟਾਂ ਅਲਾਟ ਹੋਈਆਂ, ਸਾਡੀ ਪਾਰਟੀ ਨੇ ਬਾਈਕਾਟ ਕੀਤਾ, ਸਾਰੀਆਂ ਸੀਟਾਂ ਖਾਲੀ ਸੀ ਪਰ ਉੱਥੇ ਨਹੀਂ ਪਹੁੰਚਣ ਦਿੱਤਾ ਔਰ ਅਸੀਂ ਵਿਰੋਧ ਜ਼ਾਹਰ ਕੀਤਾ। ਮੈਂ ਬਾਹਰ ਬੈਠ ਗਿਆ ਪਰ ਨਵਨੀਤ ਬਿੱਟੂ, ਕਿਉਂਕਿ ਉਹ ਚੇਅਰਮੈਨ ਨੇ ਕਮੇਟੀ ਦੇ, ਉਹਨਾਂ ਨੂੰ ਸੀਟ ਅਲਾਟਮੈਂਟ ਸੀ, ਪਰ ਮੇਰਾ ਧੱਕਾ ਮੁੱਕੀ ਹੋਈ ਉਹਨਾਂ ਦੇ ਨਾਲ, ਮਾਰਸ਼ਲ ਦੇ ਨਾਲ, ਔਰ ਉਹਨਾਂ ਨੇ ਮੈਨੂੰ ਬਿਲਕੁਲ ਨਹੀਂ ਅੰਦਰ ਜਾਣ ਦਿੱਤਾ। ਫਿਰ ਬਾਹਰ ਬਹਿ ਕੇ ਮੈਂ ਉੱਥੇ ਵਿਰੋਧ ਦਰਜ ਕਰਾਇਆ। ਸਾਡਾ ਜਾਣ ਦਾ ਕਾਰਨ ਮਕਸਦ ਇਹ ਸੀ, 120 ਦੇ ਕਰੀਬ ਮੌਤਾਂ ਹੋ ਚੁੱਕੀਆਂ, ਵਿਧਾਨ ਪਾਲਿਕਾ ਨੂੰ ਇੱਥੇ ਨਹੀਂ ਮੰਨਿਆ ਜਾ ਰਿਹਾ, ਕਾਰਜਪਾਲਿਕਾ ਇੱਥੇ ਚੰਗਾ ਕੰਮ ਨਹੀਂ ਕਰ ਰਹੀ, ਕੋਈ ਬੰਦਾ ਸੁਣਵਾਈ ਨਹੀਂ ਕਰ ਰਿਹਾ। ਜਿਹੜੀ ਨਿਆਂਪਾਲਿਕਾ ਉਹਦੇ ਉੱਤੇ ਦਬਾਅ ਪਾਇਆ ਜਾ ਰਿਹਾ, ਜਿਹੀ ਜੀ ਕਮੇਟੀਆਂ ਉਹਨੇ ਬਣਾਈਆਂ। ਤੇ ਰਾਸ਼ਟਰਪਤੀ ਜੀ ਤੁਸੀਂ ਕਿਉਂ ਚੁੱਪ ਕੀਤੇ ਜੇ? ਤੁਸੀਂ ਜਿਹੜੇ ਘੱਟੋ ਘੱਟ ਜਿਹੜੇ ਸਟੇਟਾਂ ਦੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਵੀ ਪਾਸ ਕਰ ਦਿਓ ਤਾਂ ਕਿ ਇਹ ਕਾਨੂੰਨ ਲਾਗੂ ਹੋ ਸਕਣ ਔਰ ਸਾਡੀ ਗੱਲ ਮੁੱਕ ਜੇ। ਉਹ ਵੀ ਤੁਸੀਂ ਨਹੀਂ ਕਰ ਪਾ ਰਹੇ। ਤੁਸੀਂ ਇੱਕ ਗੁਲਾਮ ਹੋਣ ਦਾ ਅਹਿਸਾਸ ਕਿਉਂ ਸਾਨੂੰ ਕਰਾ ਰਹੇ ਜੇ? ਉਧਰ ਸਿੰਘੂ ਬਾਰਡਰ ਦੇ ਉੱਤੇ ਵਾਪਰੀ ਘਟਨਾ ਤੋਂ ਬਾਅਦ ਹੁਣ ਭਾਜਪਾ ਸਿਆਸੀ ਨਿਸ਼ਾਨਿਆਂ ਦੇ ਉੱਤੇ ਹੈ। ਭਾਜਪਾ ਨੂੰ ਹਰ ਪਾਸਿਓਂ ਕਸੂਤਾ ਘੇਰਿਆ ਜਾ ਰਿਹਾ ਵਿਰੋਧੀ ਧਿਰਾਂ ਦੇ ਵੱਲੋਂ, ਜਿਸ ਦੇ ਵਿੱਚ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਹਰ ਕਿਸੇ ਦੇ ਵੱਲੋਂ ਨਖੇਦੀ ਕੀਤੀ ਜਾ ਰਹੀ ਹੈ ਤੇ ਵੱਖੋ ਵੱਖਰੀਆਂ ਪਾਰਟੀਆਂ ਨੇ ਐਲਾਨ ਕਰ ਦਿੱਤੇ ਗਏ ਨੇ ਕਿ ਉਹਨਾਂ ਦੇ ਸਾਰੇ ਕਾਰਕੁਨ ਹੁਣ ਕਿਸਾਨਾਂ ਦੇ ਸਾਥ ਦੇ ਲਈ ਦਿੱਲੀ ਵਿਖੇ ਪਹੁੰਚਣ, ਜਿਸ ਨੂੰ ਲੈ ਕੇ ਵੱਖ-ਵੱਖ ਸਿਆਸੀ ਬਿਆਨ ਸਾਹਮਣੇ ਆਏ ਨੇ। ਇਸ ਦੇ ਉੱਤੇ ਰਾਜਕੁਮਾਰ ਵੇਰਕਾ ਦਾ ਕੀ ਬਿਆਨ ਆ, ਉਹ ਸੁਣਦੇ ਹਾਂ। ਦੇਖਣ ਚ ਆਇਆ ਹੈ ਕਿ ਜਿੱਥੇ ਕੋਈ ਆਦਮੀ ਜਾ ਨਹੀਂ ਸਕਦਾ, ਇੰਨੀ ਫੋਰਸਸ ਲੱਗੀ ਹੋਵੇ, ਇੰਨੀ ਕੇਂਦਰੀਆ ਫੋਰਸ ਲੱਗੀ ਹੋਵੇ, ਇੰਨੀ ਪੁਲਿਸ ਲੱਗੀ ਹੋਵੇ ਤੇ ਉਸ ਕੈਂਪ ਦੇ ਵਿੱਚ ਗੁੰਡਿਆਂ ਨੂੰ ਡਾਂਗਾ ਲੈ ਕੇ ਇਹ ਜਾਣ ਦੀ ਇਜਾਜ਼ਤ ਕਿਹਨੇ ਦਿੱਤੀ? ਇਹ ਕਿਸਾਨਾਂ ਦੇ ਉੱਪਰ ਹਮਲਾ ਕਿਹਨੇ ਕਰਵਾਇਆ? ਇਹ ਜਾਣਬੁੱਝ ਕੇ ਇਹ ਬੀਜੇਪੀ ਦੀ ਸਰਕਾਰ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ ਔਰ ਬੀਜੇਪੀ ਦੀ ਸਰਕਾਰ ਬਾਜ ਆਏ ਔਰ ਬੀਜੇਪੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੇ ਲੋਕਾਂ ਕੋਲੋਂ ਮਾਫੀ ਮੰਗੇ। ਇਹ ਦੇਸ਼ ਦੇ ਜੇ ਹਾਲਾਤ ਖਰਾਬ ਹੋ ਰਹੇ ਹੈ, ਅਗਰ ਕੋਈ ਦੋਸ਼ੀ ਹੈ ਤੇ ਬੀਜੇਪੀ ਦੀ ਸਰਕਾਰ ਹੈ। ਉਧਰ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਕਿਸਾਨਾਂ ਦਾ ਸਮਰਥਨ ਸਿਆਸੀ ਤੌਰ ਤੇ ਉੱਥੇ ਕੀਤਾ ਜਾ ਰਿਹਾ ਸੀ, ਹੁਣ ਆਮ ਆਦਮੀ ਪਾਰਟੀ ਰਕੇਸ਼ ਟਕੈਤ ਦੀ ਵੀਡੀਓ ਤੋਂ ਬਾਅਦ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਨੇ ਪਾਣੀ ਦੀ ਸੇਵਾ ਹਰ ਤਰੀਕੇ ਦੇ ਨਾਲ ਕਰਨ ਦੀ ਗੱਲ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਖੁਦ ਪਾਣੀ ਦੇ ਕੰਟੇਨਰ ਰਹਿ ਕੇ ਵੱਖ-ਵੱਖ ਬਾਰਡਰਾਂ ਦੇ ਉੱਤੇ ਪਹੁੰਚੇ ਨੇ ਅਤੇ ਪੁਲਿਸ ਨੇ ਉਹਨਾਂ ਦੇ ਟੈਂਕਰਾਂ ਨੂੰ ਜਾਣ ਤੋਂ ਵੀ ਰੋਕਿਆ। ਜਿਸ ਮੌਕੇ ਦੇ ਉੱਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਕਿਸਮ ਦੀ ਅਜਿਹੇ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ ਤੇ ਨਾਲ ਹੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹੀ ਕਿਸਾਨ ਨੇ ਜਿਹੜੇ ਸਾਨੂੰ ਅੰਨ ਦਿੰਦੇ ਨੇ ਤੇ ਇਹਨਾਂ ਨੂੰ ਪਾਣੀ ਦੇਣਾ ਸਾਡਾ ਵੱਡਾ ਫਰਜ਼ ਬਣਦਾ ਹੈ। आना यहाँ इसलिए हुआ क्योंकि ये देखना था कि जो व्यवस्था दिल्ली सरकार की ओर से किसानों की मदद के लिए की गई है, यहाँ पानी की व्यवस्था, टॉयलेट्स वगैरह की व्यवस्था, उसका मैं व्यवस्था देखने आया था, इंतजाम देखने आया था। मुख्यमंत्री जी ने कहा था कि एक बार देख लो, कोई दिक्कत ना हो यहाँ किसानों को, पानी की व्यवस्था पूरी। हाँ, मुख्यमंत्री जी की राकेश टिकैत जी से बात हुई थी और उसके बाद मुख्यमंत्री जी के आदेश पर यहाँ पर व्यवस्था की गई है और मैं उम्मीद करता हूँ कि दिल्ली सरकार की ओर से जो भी सहयोग की जरूरत पड़ेगी दिल्ली सरकार सहयोग देगी। ये किसान हमारे अपने लोग हैं, देश के लोग हैं, ये गद्दार नहीं है। भारतीय जनता पार्टी पता नहीं किस मजबूरी में किसानों को गद्दार कह रही है। सरकारों को जो सबसे बहादुर कौम रही है, देश पे जान देने वाली कौम रही है, उसको भारतीय जनता पार्टी अब गद्दार कह रही है। तो ये भारतीय जनता पार्टी की कुछ मजबूरी होगी, हमारी मजबूरी नहीं है। हमारे लिए ये सरदार हमारे लोग हैं, किसान हमारे लोग हैं, हमारे देश के लोग हैं। इनको गद्दार कहने वाले लोग एक्चुअली गद्दार हैं। उधर राघव चड्डा भी मनीष सिसोदिया के राह दे उत्ते चलते हुए नजर आए ने। राघव चड्डा भी पानी दे टैंकर लेके पहुंचे ने किसानों के लिए। देश का किसान आतंकवादी नहीं है, देश का किसान हमारा अन्नदाता है। देश का किसान जो अन्न उगाता है वही हम लोग खाते हैं, प्रधानमंत्री भी वही खाते हैं, संतरी भी वही खाता है, सड़क पे सो रहा गरीब आदमी भी वही खाता है। और आज उस अन्नदाता तक बुनियादी सुविधाएं, पानी की, लंगर की, शौचालय की बुनियादी सुविधाएं भाजपा की सरकार नहीं पहुंचाने दे रही है। आज माननीय मुख्यमंत्री अरविंद केजरीवाल जी के आदेश पर हमारी सरकार के मंत्री संजय जैन जी, मैं खुद, हमारे सभी विधायक साथी यहाँ पहुँचे हैं यहाँ पर पानी मुहैया कराने के लिए। और हम दिल्ली पुलिस को ये कहते हैं
कि अगर भाजपा की सरकार ने आपको आदेश दिया है कि किसान को पानी नहीं मिलना चाहिए तो लिखित में दिखाओ कहाँ आदेश दिया है। आप ऐसे रोक नहीं सकते। आज देश के किसान तक हम लोग पानी पहुंचाएंगे, शौचालय की सुविधा उसे देंगे और देश के किसान को गद्दार की तरह, देश के किसान को आतंकवादी की तरह ट्रीट करना भाजपा की सरकार बंद करे। ਉਧਰ ਇੱਕ ਪਾਸੇ ਜਿੱਥੇ ਜ਼ਮੀਨੀ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ, ਉਧਰ ਪਾਰਲੀਮੈਂਟ ਦੇ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਵੱਖ-ਵੱਖ ਸਿਆਸੀ ਧਿਰਾਂ ਦੇ ਸਮੇਤ ਆਮ ਆਦਮੀ ਪਾਰਟੀ ਨੇ ਵੀ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ ਹੈ ਭਾਜਪਾ ਨੂੰ। ਇਸ ਦਰਮਿਆਨ ਹਾਲਾਂਕਿ ਭਗਵੰਤ ਮਾਨ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਜਦੋਂ ਦੇਸ਼ ਦੇ ਰਾਸ਼ਟਰਪਤੀ ਸੰਬੋਧਨ ਕਰ ਰਹੇ ਸੀ, ਇੱਕ ਸੰਦੇਸ਼ ਦਿੱਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ, ਉਸ ਮੌਕੇ ਦੇ ਉੱਤੇ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਪਰ ਬਾਹਰ ਹੀ ਸੈਂਟਰਲ ਹਾਲ ਦੇ ਵਿੱਚ ਬੈਠ ਕੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ ਹੈ। देखो ਅੱਜ ਸੈਂਟਰਲ ਹਾਲ 'ਚ ਰਾਸ਼ਟਰਪਤੀ ਜੀ ਨੇ ਸਰਕਾਰ ਦੁਆਰਾ ਲਿਖਿਆ ਹੋਇਆ ਭਾਸ਼ਣ ਪੜ੍ਹਨਾ ਸੀ, ਤਾਰੀਫਾਂ ਕਰਨੀਆਂ ਸੀ ਕਿ ਮੇਰੀ ਸਰਕਾਰ ਨੇ ਆਹ ਕਰਤਾ ਉਹ ਕਰਤਾ। ਬਾਕੀ ਸਾਰੀਆਂ ਪਾਰਟੀਆਂ ਨੇ ਬਾਈਕਾਟ ਕਰਨ ਦਾ ਫੈਸਲਾ ਕੀਤਾ, ਪਰ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਨਹੀਂ ਕਰਦੇ, ਅਸੀਂ ਅੰਦਰ ਜਾ ਕੇ ਵਿਰੋਧ ਕਰਾਂਗੇ। ਉਹਨਾਂ ਦੀਆਂ ਅੱਖਾਂ ਸਾਹਮਣੇ, ਉਹਨਾਂ ਦੇ ਕੰਨਾਂ ਦੇ ਨੇੜੇ ਸਰਕਾਰ ਦੇ ਕੰਨ ਖੋਲਾਂਗੇ, ਸਰਕਾਰ ਦੀਆਂ ਅੱਖਾਂ ਸਾਹਮਣੇ ਜਿਹੜਾ ਵਿਰੋਧ ਕਰਾਂਗੇ। ਬਾਈਕਾਟ ਦਾ ਤਾਂ ਸਰਕਾਰ ਨੂੰ ਫਾਇਦਾ ਹੋ ਜਾਂਦਾ ਕਿ ਹਾਂ ਜੀ ਬਾਹਰ ਬੈਠੇ ਨੇ, ਆਪਦਾ ਮਨਮਰਜ਼ੀ ਦੇ ਅੰਦਰ ਕੰਮ ਕਰਦੇ ਨੇ। ਸੋ ਅਸੀਂ ਚੁਣੇ ਹੋਏ ਹਾਂ ਲੋਕਾਂ ਨੇ ਸਾਨੂੰ ਬਾਈਕਾਟ ਕਰਨ ਵਾਸਤੇ ਨਹੀਂ ਚੁਣਿਆ, ਸਾਨੂੰ ਉੱਥੇ ਅੰਦਰ ਜਾ ਕੇ ਆਵਾਜ਼ ਚੁੱਕਣ ਵਾਸਤੇ ਚੁਣਿਆ। ਤਾਂ ਅਸੀਂ ਅੰਦਰ ਜਦੋਂ ਗਏ ਤਾਂ ਸੈਂਟਰਲ ਹਾਲ 'ਤੇ ਸਾਨੂੰ ਰੋਕ ਲਿਆ ਕਿ ਤੁਹਾਡਾ ਨਾਮ ਨਹੀਂ ਹੈਗਾ, ਜਿਹੜੇ ਐਮਪੀ ਨੇ ਸੈਂਟਰਲ ਹਾਲ 'ਚ ਬਹਿਣਾ ਉਹ 'ਚ ਤੁਹਾਡਾ ਨਾਮ ਨਹੀਂ ਹੈਗਾ। ਅਸੀਂ ਕਿਹਾ ਜੀ ਮੈਂ ਲੋਕ ਸਭਾ ਦੇ ਵਿੱਚ ਇੱਕੋ ਹੀ ਐਮਪੀ ਹਾਂ, ਮੈਂ ਆਪਣੀ ਪਾਰਟੀ ਦਾ ਲੀਡਰ ਹਾਂ, ਅਤੇ ਇਹਦਾ ਮਤਲਬ ਮੇਰੀ ਪਾਰਟੀ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ। ਤਿੰਨੇ ਸਾਡੇ ਰਾਜ ਸਭਾ ਸੰਸਦ ਸੀ, ਇਹਦਾ ਮਤਲਬ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਇਹਦਾ ਮਤਲਬ ਰਾਸ਼ਟਰਪਤੀ ਸਾਹਮਣੇ ਜਿਹੜੇ ਐਮਪੀ ਬੈਠੇ ਨੇ ਉਹ 'ਚ ਵਿਰੋਧੀ ਪਾਰਟੀ ਤਾਂ ਹੈ ਹੀ ਨਹੀਂ, ਬਾਕੀ ਵਿਰੋਧੀ ਪਾਰਟੀ ਨੇ ਬਾਈਕਾਟ ਕਰ ਰੱਖਿਆ। ਜੇ ਇੱਕ ਜਾਂਦੀ ਹੈ ਤਾਂ ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਇਹਦਾ ਮਤਲਬ ਤਾਂ ਆਪਣੀ ਮਨਮਰਜ਼ੀ ਦੇ ਮੇਜ਼ ਥੱਪ ਥਪਾਉਣ ਵਾਲੇ ਜਿਹੜੇ ਐਮਪੀ ਨੇ ਉਹਨਾਂ ਨੂੰ ਬਿਠਾ ਕੇ ਉੱਥੇ ਭਾਸ਼ਣ ਦਿੱਤਾ, ਉੱਥੇ ਤਾਰੀਫ ਕਰ ਲਈ। ਤਾਂ ਅਸੀਂ ਫਿਰ ਸੈਂਟਰਲ ਹਾਲ ਦੇ ਗੇਟ 'ਤੇ ਜਿਹੜੇ ਸਾਨੂੰ ਧੱਕੇ ਮਾਰੇ ਗਏ, ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਸੈਂਟਰਲ ਹਾਲ ਦੇ ਗੇਟ 'ਤੇ ਵਿਰੋਧ ਕੀਤਾ। ਉੱਥੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਕਾਲੇ ਕਾਨੂੰਨ ਵਾਪਸ ਲੈਣ ਦੇ ਨਾਅਰੇ ਲਾਏ ਅਤੇ ਕਿਸਾਨਾਂ ਨੂੰ ਗਦਾਰ ਜਾਂ ਦੇਸ਼ ਧਰੋਹੀ ਕਹਿਣਾ ਬੰਦ ਕਰੋ ਦੇ ਨਾਅਰੇ ਲਾਏ। ਅਸੀਂ ਝੂਠੇ ਜਿਹੜੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਵਾਪਸ ਲੈਣ ਦਾ ਵੀ ਅਸੀਂ ਅਪੀਲ ਕੀਤੀ ਅਤੇ ਰਾਸ਼ਟਰਪਤੀ ਨੂੰ ਸੁਣ ਰਿਹਾ ਸੀ। ਚਲੋ ਅਸੀਂ ਉਹਦੇ ਕੰਨਾਂ ਤੱਕ ਗੱਲ ਪਹੁੰਚਾਤੀ, ਨਹੀਂ ਉਹਨਾਂ ਨੇ ਗੋਲਿਆ ਉਹ ਅਲੱਗ ਗੱਲ ਹੈ, ਪਰ ਸਾਡਾ ਫਰਜ਼ ਹੈ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ। ਉਧਰ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਨਜ਼ਰ ਆਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹਰ ਸਾਲ ਲਾਲ ਕਿਲੇ ਦੇ ਉੱਤੇ ਜਦੋਂ ਵਿਜੇ ਦਿਵਸ ਮਨਾਇਆ ਜਾਂਦਾ ਹੈ, ਭਾਵ ਕਿ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਹੈ, ਤੇ ਉਸ ਵਕਤ ਵੀ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਝੂਲਦੇ ਨੇ। ਤੇ ਇਹਨਾਂ ਸਮਾਗਮਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਪਾਂ ਅਕਸਰ ਨਜ਼ਰ ਆਏ ਨੇ, ਜੋ ਸਮਾਗਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉੱਥੇ ਕਰਵਾਏ ਜਾਂਦੇ ਨੇ। ਇਸ ਨੂੰ ਲੈ ਕੇ ਉਹਨਾਂ ਨੇ ਟਿੱਪਣੀ ਕੀਤੀ ਹੈ। ਹੋਰ ਕੀ ਕੁਝ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ, ਉਹ ਵੀ ਸੁਣਦੇ ਹਾਂ। ਤਾਂ ਇਹ ਮੰਦਭਾਗਾ ਵਰਤਾਰਾ ਜੋ ਕੁਝ 26 ਜਨਵਰੀ ਨੂੰ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਅੰਦੋਲਨ ਦੇ ਆਗੂਆਂ ਨੂੰ ਹੁਣ ਅੰਦੋਲਨ ਨੂੰ ਜ਼ਾਬਤੇ ਦੇ ਵਿੱਚ ਰੱਖਣ ਵਾਸਤੇ ਜਿਹੜੀ ਬਿਆਨਬਾਜ਼ੀ ਹੈ ਇੱਕ ਦੂਸਰੇ ਦੇ ਖਿਲਾਫ ਕੀਤੀ ਜਾਂਦੀ, ਇਹਨੂੰ ਬੰਦ ਕਰਕੇ ਜਿਹੜਾ ਹੈ ਸੂਝ ਸਮਝ ਦੇ ਨਾਲ ਚੱਲਣ ਦੀ ਵਧੇਰੇ ਲੋੜ ਹੈ, ਸ਼ਾਂਤੀ ਨਾਲ ਚੱਲਣ ਦੀ ਵਧੇਰੇ ਲੋੜ ਹੈ। ਤੇ ਮਸਲੇ ਦਾ ਹੱਲ ਜਿਹੜਾ ਉਹ ਗੱਲਬਾਤ ਰਾਹੀਂ ਹੋਣਾ। ਇੱਕ ਕਦਮ ਸਰਕਾਰ ਪਿੱਛੇ ਹਟੇ ਤੇ ਇੱਕ ਕਦਮ ਜਿਹੜਾ ਹੈ ਉਹ ਸਾਨੂੰ ਵੀ ਜੇ ਪਿੱਛੇ ਹਟਣਾ ਪੈਂਦਾ ਹੈ ਤੇ ਇਹਦੇ ਵਿੱਚ ਸਿਆਣਪ ਹੀ ਹੈ, ਕੋਈ ਮਾੜੀ ਗੱਲ ਨਹੀਂ ਹੈ। ਮਸਲੇ ਦਾ ਹੱਲ ਹੋਵੇ ਤੇ ਸਿੱਖ ਜਿਹੜੇ ਸਾਡੇ ਉੱਥੇ ਬੈਠੇ ਨੇ ਭਾਰਤ ਦੇ ਕਿਸਾਨਾਂ ਦੇ ਨਾਲ, ਸਾਰੇ ਕਿਸਾਨ ਜਿਹੜੇ ਬੈਠੇ ਨੇ, ਚਾਹੇ ਉਹ ਗਾਜ਼ੀਪੁਰ ਦੇ ਬਾਰਡਰ 'ਤੇ ਹੈ, ਚਾਹੇ ਉਹ ਸਿੰਘੂ ਬਾਰਡਰ 'ਤੇ ਹੈ, ਟਿਕਰੀ ਬਾਰਡਰ 'ਤੇ ਹੈ, ਸਾਰੇ ਜਿਹੜੇ ਨੇ ਆਪਣੇ ਆਪਣੇ ਘਰਾਂ 'ਚ ਆਉਣ, ਪਰਿਵਾਰਾਂ 'ਚ ਆਉਣ, ਬੱਚਿਆਂ 'ਚ ਆਉਣ। ਅਕਾਲ ਪੁਰਖ ਅੱਗੇ ਅਰਦਾਸ ਵੀ ਹੈ ਕਿ ਸੱਚੇ ਪਾਤਸ਼ਾਹ ਸਾਡੇ ਸਾਰੇ ਹੀ ਅੰਦੋਲਨ ਦੇ ਵਿੱਚ ਸ਼ਾਮਲ ਜਿਹੜੇ ਕਿਸਾਨ ਨੇ ਇਹਨਾਂ ਨੂੰ ਸੁਮਤ ਵੀ ਬਖਸ਼ੇ, ਹੌਸਲਾ ਵੀ ਬਖਸ਼ੇ। ਮੈਂ ਇੱਕ ਵਾਰੀ ਫਿਰ ਕਹਿਣਾ ਚਾਹਾਂਗਾ ਕਿ ਮਸਲੇ ਦਾ ਹੱਲ ਜਿਹੜਾ ਉਹ ਗੱਲਬਾਤ ਰਾਹੀਂ ਹੀ ਹੋਣਾ ਹੈ ਤੇ ਗੱਲਬਾਤ ਦੇ ਜਿਹੜੇ ਬਦਲ ਹੈ ਉਹ ਖੁੱਲ੍ਹੇ ਰੱਖੇ ਜਾਣੇ ਚਾਹੀਦੇ ਨੇ ਤੇ ਜਿੱਦ ਜਿਹੜੀ ਹੈ ਉਹਨੂੰ ਛੱਡ ਦੇਣਾ ਚਾਹੀਦਾ ਹੈ ਤਾਂ ਕਿ ਮਸਲੇ ਦਾ ਸੁਖਾਵਾਂ ਹੱਲ ਹੋਵੇ ਤੇ ਅਸੀਂ ਆਪਣੇ ਆਪਣੇ ਘਰੇ ਆਈਏ। ਉਧਰ ਸਿੰਘੂ ਬਾਰਡਰ ਦੀ ਘਟਨਾ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹਨਾਂ ਨੂੰ ਲਗਾਤਾਰ ਵੱਖਵਾਦੀ ਮੁੱਦੇ ਬਣਾ ਕੇ ਕਿਸਾਨੀ ਸੰਘਰਸ਼ ਨੂੰ ਪੇਸ਼ ਕੀਤਾ ਜਾ ਰਿਹਾ, ਜੋ ਲਗਾਤਾਰ ਘਾਤਕ ਸਾਬਿਤ ਹੋ ਸਕਦਾ ਹੈ। ਹੋਰ ਕੀ ਕੁਝ ਕਹਿਣਾ ਸੁਖਪਾਲ ਸਿੰਘ ਖਹਿਰਾ ਦਾ ਸੁਣਦੇ ਹਾਂ। मेरा सलूट आ राकेश टिकैत ਨੂੰ और उसने ਕਿਹਾ ਵਾ ਕਿ ਜੇ ਮਾੜੀ ਮੋਟੀ ਕੋਈ ਇਨਸੀਡੈਂਟ ਹੋ ਗਿਆ ਤੁਸੀਂ ਇੰਨਾ ਐਡੇ ਵੱਡੇ ਪੱਧਰ ਦੇ ਉੱਤੇ ਜ਼ਿਆਦਤੀਆਂ ਲੋਕਾਂ ਦੇ ਨਾਲ ਨਾ ਕਰੋ। ਮੇਰੀ ਰਾਕੇਸ਼ ਟਿਕੈਤ ਨੂੰ ਵੀ ਮੇਰੀ ਬੇਨਤੀ ਆ
ਕਿ ਅਗਰ ਹੋ ਸਕੇ ਤੁਸੀਂ ਵਿਚਾਰ ਕਰੋ ਕਿ ਇਹ ਨੌਜਵਾਨ ਗਾਜ਼ੀਪੁਰ ਬਾਰਡਰ ਤੇ ਮਰਿਆ ਵਾ, ਇਹ ਅੰਦੋਲਨ ਕਰਕੇ ਮਰਿਆ ਹੈ, ਇਹਦਾ ਭੋਗ ਜਿਹੜਾ ਵਾ ਇਹਨੂੰ ਗਾਜ਼ੀਪੁਰ ਬਾਰਡਰ ਦੇ ਉੱਤੇ ਪਾਇਆ ਜਾਵੇ ਤੇ ਸਾਰਿਆਂ ਨੂੰ ਕਾਲ ਦਿੱਤੀ ਜਾਵੇ ਕਿ ਇਸ ਨੌਜਵਾਨ ਦੇ ਭੋਗ ਦੇ ਉੱਤੇ ਪਹੁੰਚੋ ਤਾਂ ਕਿ ਆਪਾਂ ਉਸ ਨੂੰ ਸਹੀ ਸ਼ਰਧਾਂਜਲੀ ਜਿਹੜੀ ਦੇ ਸਕੀਏ। ਇਹਨਾਂ ਦੋ ਇਸ਼ੂਜ਼ ਦੇ ਉੱਤੇ ਅੱਜ ਅਸੀਂ ਸਭ ਨੇ ਰਲ ਕੇ ਇਹ ਤੁਹਾਡੇ ਇਸ ਮਾਧਿਅਮ ਦੇ ਵਿੱਚ ਲਿਆ ਕੇ ਗੱਲ ਕੀਤੀ ਆ। ਜਿੰਨੀ ਜਲਦੀ ਹੋ ਸਕੇ ਰਿਹਾ ਕਰਕੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਦਿਆਂ ਹੋਇਆਂ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਦੇ ਨਾਲ ਸਮਾਪਤ ਕਰਾਉਣ ਵਿੱਚ ਸਰਕਾਰ ਨੂੰ ਰੋਲ ਅਦਾ ਕਰਨਾ ਚਾਹੀਦਾ। ਸਰਕਾਰ ਤਾਂ ਵਿਲਨ ਬਣ ਗਈ ਹੈ, ਸਰਕਾਰ ਤਾਂ ਫੁੱਟ ਪਵਾਉਣ ਚਲੀ ਗਈ ਹੈ, ਆਪਣੇ ਲੋਕਾਂ ਨੂੰ ਲੜਾਉਣ ਤੇ ਚਲੀ ਗਈ ਹੈ। ਕਿਸਾਨ ਜਿਹੜੇ ਬੈਠੇ ਨੇ ਕੋਈ ਇਹ ਵਿਦੇਸ਼ੀ ਕਿਸਾਨ ਨੇ, ਇਹ ਪਾਕਿਸਤਾਨ ਤੋਂ ਆਏ ਨੇ, ਇਹ ਤਾਂ ਸਾਰੇ ਉੱਤਰਾਖੰਡ, ਯੂਪੀ, ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਲੋਕ ਨੇ। ਇਸ ਕਰਕੇ ਜਿਹੜਾ ਵਤੀਰਾ ਬੀਜੇਪੀ ਦੀ ਸਰਕਾਰ ਦਾ ਵਾ, ਉਹ ਮੈਂ ਸਮਝਦਾ ਕਿ ਅਗਰ ਸਹੀ ਮਾਇਨਿਆਂ ਵਿੱਚ ਦੇਸ਼ ਵਿਰੋਧੀ ਕੋਈ ਹੈ, ਬੀਜੇਪੀ ਦੀ ਸਰਕਾਰ ਆਪ ਹੈ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਹੀਂ, ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।